अब मैं के सेशन के सदर जनाब मलिक अमीर हुसैन साहब से खास गुजार जिन्होंने जो डॉक्टर साहब के दरीना दोस्तों में से तौर से लेकर और सियासी ज़िंदगी की साथ गुजारी आप सबकी तारीफ में जनाब मलिक अमीर हुसैन साहब। दोस्तों, मेरा डॉक्टर साहब का तलक 69 का ना असी क्लास फेलो सी ना साडा कॉलेज साझा सी, लेकिन एक तंजीम जिसका नाम NSF सी असी ਉਹਦੇ ਜ਼ਰੀਏ ਇਕੱਠੇ ਹੋਏ ਤੇ ਉਹ ਤੰਜ਼ੀਮ ਸਾਡੇ ਲਈ ਇਦਾਂ ਹੀ ਸੀ ਜਿੱਦਾਂ ਨੈਲਪੁਰ ਦਾ ਘੰਟਾ ਕਰ ਦਿੰਦਾ। ਫਿਰ ਅਸੀਂ ਜ਼ਿੰਦਗੀ 'ਚ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਾ ਇੱਕ ਦੂਸਰੇ ਦੇ ਖਿਲਾਫ ਸੋਚਿਆ, ਨਾ ਲੋਕਾਂ ਦੇ ਖਿਲਾਫ ਸੋਚਿਆ, ਹਮੇਸ਼ਾ ਚੰਗਾ ਸੋਚਿਆ ਤੇ ਲੋਕਾਂ ਲਈ ਸੋਚਿਆ। ਸ਼ਾਇਦ ਆਪਣੇ ਲਈ ਅਸੀਂ ਨਹੀਂ ਚੰਗਾ ਸੋਚਿਆ, ਜਿਹਦਾ ਮੁਜ਼ਾਹਰਾ ਸਾਡੀਆਂ ਜ਼ਿੰਦਗੀਆਂ ਤੇ ਵੀ ਨਜ਼ਰ ਆ ਸਕਦਾ। ਅਸੀਂ ਪਹਿਲੀ ਇੱਕ ਮੁਸ਼ਤਰਕਾ ਜਿਹੜੀ ਸਾਡੀ ਕਾਰਵਾਈ ਆ ਜਾਂ ਸਾਡੀ ਐਕਟੀਵਿਟੀ ਆ ਉਹ ਟੋਬਾ ਟੇਕਸ ਐਂਡ ਕਿਸਾਨ ਕਾਰਵਾਈ ਸ਼ੁਰੂ ਕੀਤੀ। ਹਾਂ, ਤਾਰੀਖ ਲਿਖੀ ਜਾ ਸਕਦੀ ਹੈ ਸੋਚ ਕੇ, ਪਰ ਬਣਾਈ ਨਹੀਂ ਜਾ ਸਕਦੀ। ਅਸੀਂ ਉਸ ਤਨਜ਼ੀਮ ਦੀ ਵਜ੍ਹਾ ਨਾਲ, ਉਸ ਸ਼ੌਰ ਨਾਲ ਜਿਹੜਾ ਹਾਸਲ ਕੀਤਾ, ਜੋ ਕੁਛ ਜ਼ਿੰਦਗੀ 'ਚ ਕੀਤਾ ਤੇ ਬਾਅਦ ਪਤਾ ਲੱਗਿਆ ਵੀ ਇਹ ਤਾਰੀਖ ਬਣ ਗਈ। ਖਾਨ ਸਾਹਿਬ ਪਹਿਲੀ ਦਫਾ ਗ੍ਰਿਫਤਾਰ ਕੀਤੇ ਹੋਏ ਤੇ ਉਦੋਂ ਦਾ ਤਾਲਬ ਇਲਮ ਸੋਚ ਵਾਲਾ ਤਾਲਬ ਇਲਮ ਸੀ, ਬਦਮਾਸ਼ੀ ਵਾਲਾ ਤਾਲਬ ਬਿਲਕੁਲ ਨਹੀਂ ਸੀ। ਇਸ ਕਰਕੇ ਤਾਲਬ ਇਲਮ ਸਮਝਦਾ ਸੀ ਕਿ ਮੈਂ ਕਿਸਾਨਾਂ ਤੇ ਮਜ਼ਦੂਰਾਂ ਦਾ ਵੀ ਸਾਥੀ, ਕਿਉਂਕਿ ਇਹਨਾਂ ਤੋਂ ਬਗੈਰ ਸਾਡਾ ਮੁਆਸ਼ਰਾ, ਸਾਡਾ ਮੁਲਕ ਨਾ ਤਰੱਕੀ ਕਰ ਸਕਦਾ ਵਾ, ਨਾ ਜ਼ਿੰਦਗੀ ਬਿਹਤਰ ਹੋ ਸਕਦੀ ਹੈ। ਤੇ ਖਾਨ ਸਾਹਿਬ ਦੀ ਪਹਿਲੀ ਗ੍ਰਿਫਤਾਰੀ ਇੱਕ ਕਿਸਾਨ ਕਾਨਫਰੰਸ ਜਿਹੜੀ ਹਫ਼ਤਾਬਾਦ ਦੇ ਪਿੰਡ ਨੋਖਰ ਕੀਤੀ ਗਈ ਸੀ, ਉੱਥੇ ਸਾਰੇ ਲੋਕੀ ਫੜੇ ਗਏ, ਫਿਰ ਫੈਸਲਾਬਾਦ ਦੇ ਫੜੇ ਗਏ। ਅਸਲ 'ਚ ਮੈਂ ਸਮਝਦਾ ਕਿ ਉਹ ਟਾਈਮ ਸੀ ਜਿਹੜਾ ਸਾਡੀ ਕੈਮਿਸਟਰੀ ਦੇ ਵਿੱਚ ਚੀਜ਼ਾਂ ਨੂੰ ਸਮਾਉਣ ਦਾ ਟਾਈਮ ਸੀ। ਸਾਡੇ ਸਾਰੇ ਦੋਸਤ ਮੈਜੋਰਟੀ ਮੈਂ ਕਹਾਂਗਾ, ਮੋਸਟ ਯੂ ਸੇ ਆਲ ਦਾ ਪਰਸਨ, ਜ਼ਿੰਦਗੀ 'ਚ ਉਹਨਾਂ ਨੇ ਇਸ ਸ਼ੌਰ ਨਾਲ ਨਾ ਸਿਰਫ ਸੋਸਾਇਟੀ ਨੂੰ ਬਹੁਤ ਕੁਝ ਦਿੱਤਾ, ਬਲਕਿ ਆਪਣੀ ਤੇ ਆਪਣੀਆਂ ਜ਼ਿੰਦਗੀਆਂ ਨੂੰ ਵੀ ਬਹੁਤ ਬਿਹਤਰ ਕੀਤਾ। ਆਲਮ ਖਾਨ ਸਾਹਿਬ ਨੇ ਆਪਣੀ ਜ਼ਾਤ ਦੇ ਬਾਰੇ 'ਚ ਕਦੀ ਕੋਈ ਚੀਜ਼ ਨਹੀਂ ਸੀ ਛੁਪਾਈ। ਆਲਮ ਖਾਨ ਸਾਹਿਬ ਦੇ ਵਾਲਿਦ ਰੇਲਵੇ ਦੇ ਇੱਕ ਛੋਟੇ ਦਰਜੇ ਦੇ ਮੁਲਾਜ਼ਮ ਸੀ ਤੇ ਆਲਮ ਖਾਨ ਦੀ ਪੈਦਾਇਸ਼ ਨੈਲਪੁਰ ਰੇਲਵੇ ਕੁਆਟਰ ਦੇ ਵਿੱਚ ਹੋਈ, ਜਿਹਦੇ ਇੱਕ ਪਾਸੇ ਝੁਗੀਆਂ ਸੀ ਤੇ ਸਾਹਮਣੇ ਪਾਸੇ ਰੇਲਵੇ ਦੇ ਅਫਸਰਾਂ ਦੇ ਬੜੇ ਬੰਗਲੇ। ਇੱਕ ਅਫਸਾਨਾ ਵੀ ਉਹਨਾਂ ਦਾ ਇਹਦੇ ਤੇ। ਹਾਂ, ਇਹ ਸੱਚ ਸੀ ਜਿਹਨੂੰ ਉਹ ਸੱਚ ਨੂੰ ਉਹਨਾਂ ਨੇ ਕਦੇ ਨਹੀਂ ਛੁਪਾਇਆ। ਖੈਰ, ਮੈਂ ਸਮਝਦਾ ਹਾਂ ਸ਼ਊਰ ਆ ਜਿਹਦੀ ਹਮੇਸ਼ਾ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਿਉਂਕਿ ਜਿਹਨੂੰ ਸ਼ਊਰ ਆ ਗਿਆ ਉਹ ਸੋਸਾਇਟੀ ਲਈ ਵੀ ਬਿਹਤਰ, ਆਪਣੀ ਜ਼ਾਤ ਲਈ ਵੀ ਬਿਹਤਰ ਤੇ ਆਪਣੀ ਫੈਮਿਲੀ ਲਈ ਵੀ ਬਿਹਤਰ। ਆਲਮ ਖਾਨ ਨੇ ਗ੍ਰੈਜੂਏਸ਼ਨ ਤੋਂ ਬਾਅਦ ਲਾਹੌਰ ਆ ਕੇ MA ਕੀਤਾ। ਹਾਂ, ਜਿੱਦਾਂ ਇੱਕ ਖੂਬੀ ਸਾਡੇ ਦੋਸਤਾਂ 'ਚ ਰਹੀ ਸਾਰੀ, ਜਿੱਦਾਂ ਉਹਨੇ ਜ਼ਿਕਰ ਕੀਤਾ ਵੀ ਨੈਲਪੁਰ ਦਾ ਜਿਹੜਾ ਬੰਦਾ ਲਾਹੌਰ ਦਾ ਸੀ, ਆਲਮ ਖਾਨ ਦਾ ਮੇਜ਼ਬਾਨ ਹੁੰਦਾ ਸੀ, ਜਿੱਦਾਂ ਬਾਅਦ 'ਚ ਮਰਦੀ, ਲੇਕਿਨ ਚੁੱਕੇ ਆਲਮ ਖਾਨ ਤੋਂ ਬਹੁਤ ਪਹਿਲੇ ਰਸ਼ੀਦ ਮਿਸਬਾ ਲਾਹੌਰ ਆ ਗਿਆ ਸੀ ਤੇ ਰਸ਼ੀਦ ਮਿਸਬਾ ਕ੍ਰਿਸ਼ਨ ਨਗਰ 'ਚ ਇੱਕ ਬਿਲਡਿੰਗ ਨੂੰ ਅੱਜ ਉਹਦਾ ਨਾਮ ਹੁੰਦਾ, ਉਹਦਾ ਨਾਮ ਸੀ ਸਰਾਜ। ਉਦੋਂ ਜਿਹੜਾ ਬੰਦਾ ਨੈਲਪੁਰ ਤੋਂ ਆਉਂਦਾ ਸੀ, ਦੋਸਤ ਰਸ਼ੀਦ ਮਿਸਬਾ ਦਾ ਮਹਿਮਾਨ ਹੁੰਦਾ ਸੀ। ਨਾ ਰਸ਼ੀਦ ਮਿਸਬਾ ਨੇ ਕਦੀ ਕਿਸੇ ਚੀਜ਼ ਦਾ ਨਿਕਾਲਾ ਕੀਤਾ ਸੀ ਤੇ ਨਾ ਆਲਮ ਖਾਨ ਨੇ ਮਰਦੇ ਦਮ ਤੱਕ ਕਿਸੇ ਮਹਿਮਾਨ ਦੀ ਚੀਜ਼ਾਂ ਦੀ ਜ਼ਰੂਰਤ ਤੋਂ ਸਰਫੇ ਨਜ਼ਰ ਕੀਤਾ ਜਾਂ ਜ਼ਰੂਰਤਾਂ ਨੂੰ ਕਦੀ ਜਤਰਾਇਆ। ਇਹ ਮੈਂ ਸਮਝਦਾ ਇੱਕ ਬਹੁਤ ਬੜਾ, ਸ਼ਾਇਦ ਉਸ ਹੱਦ ਤੱਕ ਜਿਹੜਾ ਕਾਮਰੇਡਸ਼ਿਪ ਦਾ ਲਫ਼ਜ਼ ਬਹੁਤ ਲੋਕੀ ਇਸਤੇਮਾਲ ਕਰਦੇ ਨਾ ਕਰਦੇ ਹੋਣ, ਲੇਕਿਨ ਸਾਡੇ ਅਕਸਰ ਦੋਸਤਾਂ ਨੇ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਇਹਦਾ ਮੁਜ਼ਾਹਰਾ ਕੀਤਾ। ਕਦੀ ਕਿਸੇ ਨੇ ਕਿਸੇ ਦਿੱਤੀ ਚੀਜ਼ ਨੂੰ ਵਾਪਸ ਲੈਣ ਲਈ ਕਿਸੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਨਾ ਲੜੇ। ਅੱਜ ਇਹ ਸਮਾਜ, ਜਿਹੜੀ ਰਿਆਸਤ ਜਿਨ੍ਹਾਂ ਦੇ ਕਬਜ਼ੇ 'ਚ ਆ, ਉਹਦੇ ਵਿੱਚ ਲੋਕਾਂ ਦੀ ਸੀਅਤ, ਆਮ ਆਦਮੀ ਦੀ, ਵਰਕਿੰਗ ਕਲਾਸ ਦੇ ਲੋਕਾਂ ਦੀ ਸੀਅਤ ਬਿਲਕੁਲ ਕੀੜੇ ਮਕੌੜਿਆਂ ਦੀ ਤਰ੍ਹਾਂ। ਲੇਕਿਨ ਇਹ ਕੀੜੇ ਮਕੌੜਿਆਂ ਦੀ ਤਰ੍ਹਾਂ ਰਹਿਣ ਵਾਲੇ ਲੋਕਾਂ ਨੇ ਵੀ ਇਸੇ ਬੁਰੇ ਸਮਾਜ 'ਚ ਆਪਣੀ ਸੋਚ ਦੀ ਵਜ੍ਹਾ ਨਾਲ, ਆਪਣੀ ਜ਼ਾਤ ਤੇ ਡਿਸਿਪਲਿਨ ਲਾ ਕੇ ਇਸ ਸੁਸਾਇਟੀ ਨੂੰ ਵੀ ਮਨਾਇਆ ਕਿ ਨਹੀਂ
ਅਸੀਂ ਤੁਹਾਡੇ ਤੋਂ ਬਿਹਤਰ ਸੋਚ ਵੀ ਸਕਦੇ ਹਾਂ ਤੇ ਤੁਹਾਡੇ ਤੋਂ ਜ਼ਿਆਦਾ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰ ਸਕਦੇ ਹਾਂ। ਬਹੁਤ ਸਾਰੇ ਦੋਸਤ ਜਿਹੜੇ ਵਰਕਿੰਗ ਕਲਾਸ ਚੋਂ ਸੀ, ਜਿਨ੍ਹਾਂ ਦੇ ਬਾਰੇ ਲੋਕੀ ਕਹਿੰਦਾ ਕੁਝ ਨਹੀਂ ਕਰ ਸਕਦੇ, ਉਹ ਇਸ ਬੁਰੇ ਸਮਾਜ ਦੇ ਵਿੱਚ ਵੀ ਉਹਨਾਂ ਨੇ ਨੁਮਾਇਆਂ ਸੀਅਤ ਅਖਤਿਆਰ ਕੀਤੀ ਤੇ ਬਹੁਤ ਅਹਿਮ ਚੀਜ਼ਾਂ ਦੇ ਉੱਤੇ ਜਿਹਨੂੰ ਲੋਕੀ ਅਹਿਮ ਕਹਿੰਦੇ ਉਹਨਾਂ ਉਹਦਾ ਤੇ ਉਹਦੇ ਪਹੁੰਚੇ। ਆਲਮ ਖਾਨ ਸਾਹਿਬ ਦਾ ਜਿਹੜਾ ਜ਼ਿੰਦਗੀ ਦਾ ਇੱਕ ਬਿਟਰਨੈਸ ਜ਼ਿਕਰ ਹੋ ਰਿਹਾ ਬਾਰ-ਬਾਰ, ਉਹਨਾਂ ਦਾ ਇਲਮ ਸਿਆਸਤ ਤੋਂ ਇਲਾਵਾ ਆਪਣੇ ਇਲਮ ਦੇ ਲਿਹਾਜ਼ ਨਾਲ, ਆਪਣੀ ਟੀਚਿੰਗ ਦੇ ਲਿਹਾਜ਼ ਦੇ ਨਾਲ ਮੇਰਾ ਖਿਆਲ ਕੋਈ ਸ਼ੱਕ ਜਾਂ ਬਹਿਸ ਵਾਲੀ ਗੱਲ ਨਹੀਂ। ਲੇਕਿਨ ਕਿੰਨੇ ਅਫਸੋਸ ਦੀ ਗੱਲ ਆ ਕਿ ਉਸ ਬੰਦੇ ਨੂੰ PhD ਹਾਸਲ ਕਰਨ ਲਈ ਇੱਕ ਬਹੁਤ ਲੰਬੇ ਪ੍ਰੋਸੈਸ ਤੋਂ ਤੇ ਤਕਲੀਫਾਂ ਚ ਗੁਜ਼ਰਨਾ, ਉਹ ਵੀ ਸਿਆਸਤ ਦੀ ਸ਼ਾਇਦ ਉਹਦੀ ਵਜ੍ਹਾ ਕੀ ਮੈਂ ਤਾਂ ਵਜ੍ਹਾ ਦੱਸ ਦਿੰਦਾ, ਸ਼ਾਇਦ ਅੱਜ ਮੈਂ ਔਨ ਕਾਰਡ ਕਹਿ ਨੂੰ ਚਾਹਾਂਗਾ। ਇਹ ਜਿਹੜੇ ਖਵਾਜਾ ਜ਼ਿਕਰੀਆ ਸਾਹਿਬ ਨੇ, ਇਹਨਾਂ ਦੇ ਇੱਕ ਭਾਈ ਐਕਸਨ ਕਾਲਜ ਦੇ ਵਿੱਚ ਵੀ ਪੜ੍ਹਾਉਂਦੇ ਸੀ, ਰਿਆਜ਼ੀ ਪੜ੍ਹਾਉਂਦੇ ਸਨ। ਖਵਾਜਾ ਜ਼ਿਕਰੀਆ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਵੀ ਉੱਥੇ ਉਰਦੂ ਡਿਪਾਰਟਮੈਂਟ ਦੇ ਵਿੱਚ ਮੈਂ ਰੀਇੰਪਲਾਇਮੈਂਟ ਹਾਸਲ ਕਰਾਂ। ਉਹ ਕਿਸੇ ਵਜ੍ਹਾ ਦੇ ਨਾਲ ਨਹੀਂ ਹੋ ਸਕੀ ਤੇ ਉਹ ਸਮਝਦੇ ਸੀ ਕਿ ਕਿਉਂਕਿ ਇਹ ਆਲਮ ਖਾਨ ਉੱਥੇ ਉਰਦੂ ਚ ਪਹਿਲੇ ਤੋਂ ਮੌਜੂਦ ਆ, ਇੰਨੀਆਂ ਜਾਂ ਤਾਸਮ ਤਾਰਕ ਹੋਣਾ ਦੀ ਵਜ੍ਹਾ ਦੇ ਨਾਲ ਮੈਨੂੰ ਉਹ ਜਾਬ ਨਹੀਂ ਮਿਲ ਸਕੀ। ਸੱਚ ਆ, ਇਹ ਉਹ ਚੀਜ਼ ਆ ਜਿਹਦੇ ਨਾਲ ਲੋਕੀ ਕਦੂਰਤ ਆਪਣੇ ਦਿਲ ਚ ਵੀ ਰੱਖਦੇ ਆ ਤੇ ਫਿਰ ਉਹ ਜਾਣ ਨਹੀਂ ਦਿੰਦੇ। ਹਾਲਾਂਕਿ ਜਿਹੜੀ ਕਿਤਾਬ ਦਾ ਜ਼ਿਕਰ ਹੋ ਰਿਹਾ ਬਾਤ ਚੰਦ ਨਜ਼ਰਬੀਨ ਦਾ, ਇਹਦਾ ਤਾਰੁਫ ਵੀ ਖਾਨ ਸਾਹਿਬ ਨੇ ਖਵਾਜਾ ਜ਼ਿਕਰੀਆ ਸਾਹਿਬ ਤੋਂ ਕੀਤਾ। ਲੇਕਿਨ ਜ਼ਿੰਦਗੀ ਆ, ਮੈਂ ਸਮਝਦਾ ਵਾਂ ਕਿ ਇੱਕ ਅਸੀਂ ਆਲਮ ਖਾਨ ਸਾਹਿਬ ਜਾਂ ਹੋਰ ਬਹੁਤ ਸਾਰੇ ਦੋਸਤਾਂ ਦੀ ਜ਼ਿੰਦਗੀ ਨੂੰ ਸਿਆਸੀ ਹਵਾਲੇ ਨਾਲ ਦੇਖਦੇ ਕਿ ਉਹ ਆਪਣੀ ਚੀਜ਼ਾਂ ਦੇ ਉੱਤੇ, ਆਪਣੀ ਸੋਚ ਦੇ ਉੱਤੇ ਇਸਤਕਾਮਤ ਤੇ ਕਾਇਮ ਰਹੇ। ਤੇ ਮੈਂ ਸਮਝਦਾ ਅਗਰ ਪਾਕਿਸਤਾਨ ਦਾ ਜਿਹੜਾ ਆਮ ਵਰਕਿੰਗ ਕਲਾਸ ਦਾ ਲੇਮੈਨ ਦਾ ਇੱਕ ਬੱਚਾ ਇਹਨਾਂ ਲੋਕਾਂ ਦੀ ਜ਼ਾਤੀ ਜ਼ਿੰਦਗੀ ਦਾ ਮੁਸ਼ਾਹਦਾ ਕਰੇ ਵੀ ਕਿੱਦਾਂ ਇਹ ਲੋਕਾਂ ਨੇ ਜ਼ਿੰਦਗੀ 'ਚ ਰਾਈਜ਼ ਕੀਤਾ ਤੇ ਇਹ ਵੀ ਬਹੁਤ ਸਾਰੇ ਲੋਕਾਂ ਲਈ ਫਾਇਦੇਮੰਦ ਹੋਵੇ ਤੇ ਬਿਹਤਰ ਹੋਵੇ। ਇਨਕਲਾਬ ਅਸੀਂ ਇੱਥੇ ਨਹੀਂ ਲਿਆ ਸਕੇ, ਲੇਕਿਨ ਇਨਕਲਾਬ ਦੀ ਖਾਤਰ ਨਾ ਅਸੀਂ ਆਪਣੇ ਇਸ ਫਰਜ਼ ਨੂੰ ਭੁੱਲੇ ਆ, ਨਾ ਇਹਨੂੰ ਨਜ਼ਰਅੰਦਾਜ਼ ਕੀਤਾ, ਨਾ ਇਸ ਸਾਰੇ ਬੁਰੇ ਸਮਾਜ ਦੀ ਤਰ੍ਹਾਂ ਅਸੀਂ ਉਹਦਾ ਸ਼ਿਕਾਰ ਹੋ ਕੇ ਦੌਲਤ ਦੇ ਮੁਤਲਾਸ਼ੀ ਬਣੇ ਆ। ਮੈਂ ਨਹੀਂ ਕਦੀ ਸੁਣਿਆ ਆਲਮ ਖਾਨ ਨੇ ਕਦੀ ਕੋਈ ਪਲਾਟ ਖਰੀਦਣ ਦਾ, ਕੋਈ ਜਾਇਦਾਦ ਬਣਾਉਣ ਦਾ ਕਿਸੇ ਨਾਲ ਮਸ਼ਵਰਾ ਵੀ ਕੀਤਾ ਹੋਵੇ। ਮੈਂ ਸਮਝਦਾ ਉਹ ਚੀਜ਼ ਦਾ ਜਿਹੜੀ ਹਰ ਬੰਦੇ ਨੂੰ ਹੁੰਦੀ, ਲੇਕਿਨ ਨਹੀਂ ਯਾਰ। ਤੇ ਇਸ ਤਰ੍ਹਾਂ ਬਹੁਤ ਸਾਰੇ ਦੋਸਤ ਆ, ਸ਼ਾਇਦ ਸਾਨੂੰ ਅਖਲਾਕਾ ਇਸ ਹਵਾਲੇ ਨਾਲ ਨਜ਼ਰ ਇਸ ਕਰਕੇ ਨਹੀਂ ਆਉਂਦਾ। ਸਾਡੇ ਬਹੁਤ ਸਾਰੇ ਦੋਸਤ ਆ ਜਿਨ੍ਹਾਂ ਨੇ ਇਸੇ ਤਰ੍ਹਾਂ ਸੱਚੀ ਜ਼ਿੰਦਗੀ ਗੁਜ਼ਾਰੀ, ਆਪਣੇ ਨਜ਼ਰੀਆਤ ਤੇ ਕਾਇਮ ਰਹੇ, ਹਮੇਸ਼ਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਤੇ ਆਖਰ 'ਚ ਮੈਂ ਆਲਮ ਖਾਨ ਸਾਡਾ ਸਰਮਾਇਆ ਸੀ ਤੇ ਅਸੀਂ ਉਹਦਾ ਗਸ਼ਤਾ। ਇਹ ਦੋਨੇ ਚੀਜ਼ਾਂ ਨੂੰ ਅਸੀਂ ਲੈ ਕੇ ਚੱਲਾਂਗੇ ਤੇ ਸ਼ਾਇਦ ਆਉਣ ਵਾਲੀਆਂ ਨਸਲਾਂ ਫਖਰ ਕਰਨ ਕਿ ਚੰਗੇ ਸੀ। ਫੈਸਲਾਬਾਦ ਦੇ ਆਲਮ ਖਾਨ ਸਾਹਿਬ ਦੇ ਦੋਸਤ ਮਸੂਦ ਕਮਰ ਨੇ ਤੇ ਸਾਡੇ ਦੋ ਦੋਸਤ ਕਿਊਮ ਨਾਸਿਰ ਫੌਤ ਹੋ ਗਏ ਤੇ ਉਹਨਾਂ ਨੇ ਆਲਮ ਖਾਨ ਨੂੰ ਇੱਕ ਨਸਮ ਭੇਜੀ ਜਿਹੜੀ ਸਾਡੇ ਲਈ ਪ੍ਰੋਟੈਕਸ਼ਨ ਲੋਕਾਂ ਦੀ ਇਜ਼ਾਹਰ ਕਰਦੀ ਹੈ। हम जो सारी उम्र मौजज़ों के मुनकर रहे, सारी उम्र किसी वाक़े किसी हादसे के मुंतज़िर रहे, हम तुम सर्दियों की धूप के साथी हैं जब फुटपाथों पर चिखोफ, मिंटो, बेदी, कोक शास्त्र, गुमा तस्वीर, मोटापे का इलाज, मशहूर फिल्मी गीत और माँ की दुआ के किताबचे बिकते थे। सो अब चल गए टिक्का बोटी कढ़ाई गोश्त बेचने वाले शहरों में फुटपाथों का क्या काम। रोग से निजात हासिल करने के लिए पनाह गाहें छोड़नी पड़ती हैं। गौतम का सारे देख देख के आलम खान का खास सिखा है कैरेक्टर। गौतम अगर पनाहगाह न छोड़ता तो रोग से निजात कैसे पाता। मेरे लिए ये खबर है, शहर में लोग नींद लेते हैं और उनको ख्वाब आते हैं। हमने बड़े वक्तों में नींदों के एहसान खाए लेकिन ख्वाब ना आए। माफ़ी चाहता हूँ भला वक्त लिख गया। मैं समझदा साढ़े सारे दोस्तों की मेरी जो दी कहानी है आलम खान दोस्तों की कहानियां जो एक नुमाया कहानी है जिन्हें बहुत सारे लोगों के उत्ते असरात भी डाले तो अपनी जिंदगी होर भी इदां रोशन की। अब मैं इजहार तशक्कुर के लिए अंजुमन लाहौर के सदर मौलाना हुसैन शाह को खास गुजार को बुलाएं, दोस्तों का शुक्रिया अदा करें और इसके साथ हम 2 मिनट की खामोशी इख्तियार करेंगे। जो दोस्त फातह कहना चाहें वो फातह कह लें और जो खामोशी इख्तियार करना चाहे वो खामोशी करके डॉक्टर आलम साहब करें। जी प्लीज।
آخری ان کے جانے کا دکھ تو ہے کہ اب ان کے ساتھ بیٹھنا نہیں جا سکے گا، ان کی گفتگو نہیں سنی جا سکے گی، اس میں جو چاشنی تھی، جو مٹھاس تھی، اس کے ذائقے سے محروم ہو گئے. لیکن خوشی اس بات کی ہے کہ وہ 99% لوگوں کی طرح سے گزار کے نہیں گئے، وہ 1% والوں میں تھے. انہوں نے بھرپور کنٹریبیوٹ کیا ہے سوسائٹی میں، اپنے وجودی حوالے سے بھی اور اپنے تخلیقی حوالے سے بھی. آج کی جو مجلس تھی اس میں بڑا شکر گزار ہوں کہ ملک امجد حسین صاحب تشریف لائے، ان کے قریبی دوست ہیں. اپنے معزز مہمانان میں اشرف جاوید صاحب، جوہری طارق صاحب، اور ہمارے جو اوکارا سے سیکرٹری ہیں فضل خسرو صاحب، اور ہمارے صدر ہیں پنجاب کے، ان کا بھی شکر گزار آنے والوں سے. اور مقررین میں جو شوکت صاحب بیٹھے ہوئے ہیں، علی اصغر عباس صاحب، ڈاکٹر امجد خیال صاحب، اجاز رضوی صاحب، عابد حسین عابد صاحب، کامریڈ عمر فاروقی صاحب، مصدق حسین اسد صاحب، جمشید امام صاحب، شاہد اشرف صاحب، عابدہ بطول صاحبہ، امیر شہزاد صاحب اور راشد طفیل صاحب، اور تمام جو حاضرین ہیں ان کی بے حد ہم شکر گزار ہیں کہ وہ آئے اور ہمارے اس عظیم دوست کے لیے یہاں پہ جمع ہو کے ان کی یادیں ہمارے ساتھ شیئر کی. آپ سب کا بے حد شکریہ.